ਜਿਹੜੀ ਇਹ ਸਮੱਸਿਆ ਪਹਿਲਾਂ ਬਜ਼ੁਰਗਾਂ ਨੂੰ ਪੇਸ਼ ਆਉਂਦੀ ਸੀ, ਕਹਿੰਦੇ ਸੀਗੇ ਕਿ ਜੋੜਾਂ ਦਾ ਦਰਦ ਜਿਹੜਾ ਹੈ ਉਮਰ ਦੇ ਨਾਲ ਪੇਸ਼ ਆਉਂਦਾ ਹੈ, ਲੇਕਿਨ ਅੱਜ ਨੌਜਵਾਨਾਂ ਨੂੰ ਵੀ ਆਮ ਦੇਖਣ ਨੂੰ ਮਿਲ ਰਿਹਾ। ਇਸ ਦੀ ਕੀ ਵਜ੍ਹਾ ਹੈ? ਮੈਮ ਦੇਖੋ, ਇਹ ਜਿਹੜੀ ਪ੍ਰੋਬਲਮ ਹੈ ਜਿਹੜਾ ਜੋੜ ਦਾ ਘਸਣਾ, ਇਹ ਯੂਜੂਲੀ ਉਮਰ ਨਾਲ ਹੀ ਹੁੰਦਾ ਸੀ ਪਹਿਲਾਂ, ਤੇ ਹੁਣ ਵੀ ਉਮਰ ਨਾਲ ਹੁੰਦਾ ਹੈ। ਇਹ ਹੁਣ ਯੰਗ ਜਨਰੇਸ਼ਨ 'ਚ ਵੀ ਆ ਰਿਹਾ ਹੈ। ਇਹਦਾ ਮਤਲਬ ਕਿ ਡਾਇਗਨੋਸ ਕਿੱਦਾਂ ਕੀਤਾ ਜਾਵੇ? ਉਹਨਾਂ ਨੂੰ ਜੋੜਾਂ 'ਚ ਪੇਨ ਹੋਏਗਾ, ਤੁਰਨ 'ਚ ਉਹਨਾਂ ਨੂੰ ਤਕਲੀਫ ਮਹਿਸੂਸ ਹੋਊਗੀ। ਜਦੋਂ ਬੈਠ ਕੇ ਉੱਠਦੇ ਨੇ ਕੁਰਸੀ ਤੋਂ ਜਾਂ ਨੀਵੀਂ ਥਾਂ ਤੋਂ ਬੈਠ ਕੇ ਉੱਠਣਗੇ, ਉਹਨਾਂ ਨੂੰ ਹਿਪ ਜਾਂ ਨੀ ਵਿੱਚ ਪੇਨ ਹੋਊਗਾ। ਤਾਂ ਕੀ ਸੁਜੈਸਟ ਕਰਦੇ ਹੋ ਕਿ ਪੇਸ਼ੈਂਟ ਨੂੰ ਕਦੋਂ ਜਾਣਾ ਚਾਹੀਦਾ ਡਾਕਟਰ ਦੇ ਕੋਲੇ, ਤੇ ਕਦੋਂ ਖਾਸ ਤੌਰ ਤੇ ਆਪਰੇਟ ਕਰਵਾਉਣਾ ਚਾਹੀਦਾ? ਆਪਰੇਟ ਦੀ ਗੱਲ ਬਾਅਦ 'ਚ ਕਰਾਂਗਾ, ਪਹਿਲਾਂ ਤਾਂ ਇਹ ਗੱਲ ਕਰਾਂਗਾ ਕਿ ਕੋਸ਼ਿਸ਼ ਕਿ ਪੇਸ਼ੈਂਟ ਅਰਲੀ ਡਾਕਟਰ ਕੋਲ ਆਉਣ, ਸਹੀ ਟਾਈਮ ਤੇ ਆਉਣ, ਕਿ ਉਹਨਾਂ ਨੂੰ ਆਪਰੇਟ ਵਾਲੀ ਨੌਬਤ ਤੋਂ ਹੀ ਬਚਾਇਆ ਜਾ ਸਕੇ। ਆਪਣੀ ਜਦੋਂ ਅਲਾਈਨਮੈਂਟ ਲੈਗਸ ਦੀ ਖਰਾਬ ਹੋ ਜਾਂਦੀ, ਲੱਤਾਂ ਜਦੋਂ ਵਿੰਗੀਆਂ ਹੋ ਜਾਂਦੀਆਂ, ਅਸੀਂ ਤੇ ਤੁਰਦੇ ਹਾਂ ਤੇ ਸਾਡੀ ਬੈਕ ਤੇ ਬੜਾ ਜ਼ੋਰ ਪੈਂਦਾ ਹੈ। ਸੋ ਹਰ ਚੀਜ਼ ਦਾ ਇੱਕ ਸਹੀ ਸਮਾਂ ਹੁੰਦਾ ਹੈ, ਉਹ ਸਹੀ ਸਮੇਂ ਤੇ ਚੀਜ਼ ਹੋ ਜਾਏ, ਇਟਸ ਦ ਬੈਸਟ ਥਿੰਗ। ਜੇ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਅਸੀਂ ਆਮ ਫਿਜ਼ੀਸ਼ੀਅਨ ਤੋਂ ਵੀ ਸ਼ੂਗਰ ਦੀ ਦਵਾਈ ਲੈ ਸਕਦੇ ਹਾਂ, ਬਟ ਤੁਸੀਂ ਜੇ ਡਾਇਬਟਿਕ ਸਪੈਸ਼ਲਿਸਟ ਕੋਲ ਜਾਂਦੇ ਹੋ ਤਾਂ ਯੂ ਗੈਟ ਬੈਟਰ ਰਿਜ਼ਲਟਸ ਬਿਕੋਜ਼ ਹੀ ਇਜ਼ ਸੁਪਰ ਸਪੈਸ਼ਲਿਸਟ ਐਂਡ ਮੋਰ ਟ੍ਰੇਨਡ ਦੈਨ ਅ ਨਾਰਮਲ ਫਿਜ਼ੀਸ਼ੀਅਨ। ਤੇ ਜਿਸ ਹਸਪੀਟਲ ਵਿੱਚ ਹਾਈਜੀਨ ਨਹੀਂ ਹੈ, ਸਫਾਈ ਨਹੀਂ ਹੈ, ਤੁਹਾਨੂੰ ਹਸਪੀਟਲ ਨਹੀਂ ਚੂਜ਼ ਕਰਨਾ ਚਾਹੀਦਾ। ਓਕੇ, ਇਹ ਜ਼ੀਰੋ ਟੈਕਨੀਕ ਨਾਮ ਦੀ ਕੁਝ ਚੀਜ਼ ਹੁੰਦੀ ਹੈ, ਉਹ ਸਾਡੇ ਦਰਸ਼ਕਾਂ ਨੂੰ ਦੱਸੋ ਜ਼ੀਰੋ ਟੈਕਨੀਕ ਕੀ ਹੁੰਦੀ? ਸੋ ਇਸ ਟੈਕਨੀਕ ਨਾਲ ਜਿਹੜਾ ਆਪਰੇਸ਼ਨ ਜਿਹੜਾ ਹੈ ਨੀ ਰਿਪਲੇਸਮੈਂਟ ਦਾ, ਉਹ ਸਿਰਫ 15-20 ਮਿੰਟ 'ਚ ਹੋ ਜਾਂਦਾ ਹੈ। ਓਕੇ, ਵਿਦਆਊਟ ਐਨੀ ਬਲੱਡ ਲਾਸ। ਪੇਸ਼ੈਂਟ ਨੂੰ ਖੂਨ ਚੜਾਉਣ ਦੀ ਲੋੜ ਨਹੀਂ ਹੁੰਦੀ। ਇਟਸ ਅ ਪੇਨਲੈਸ ਆਪਰੇਸ਼ਨ, ਵਰਚੁਅਲੀ, ਆਈ ਵੁੱਡ ਨਾਟ ਸੇ ਪੇਨਲੈਸ, ਵਰਚੁਅਲੀ ਪੇਨਲੈਸ। ਦ ਸਮਰ ਨਿਊਜ਼ ਵੇਖ ਰਹੇ ਹੋ ਤੁਸੀਂ, ਤੇ ਮੈਂ ਹਾਂ ਤੁਹਾਡੇ ਨਾਲ ਤਮੰਨਾ ਬੇਦੀ। ਸਾਡੇ ਖਾਸ ਪ੍ਰੋਗਰਾਮ ਸਿਹਤ ਸਲਾਹ ਦੇ ਵਿੱਚ ਇੱਕ ਵਾਰ ਫਿਰ ਤੋਂ ਸਭ ਦਾ ਸਵਾਗਤ ਕਰਦੀ ਹਾਂ। ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੋੜਾਂ ਦੇ ਦਰਦ ਦੀ। ਬਹੁਤ ਆਮ ਸਮੱਸਿਆ ਹੋ ਚੁੱਕੀ ਹੈ ਸਮੇਂ ਦੇ ਨਾਲ, ਪਹਿਲਾਂ ਬਜ਼ੁਰਗਾਂ ਦੇ ਵਿੱਚ ਪੇਸ਼ ਆਉਂਦੀ ਸੀ, ਲੇਕਿਨ ਅੱਜ ਨੌਜਵਾਨਾਂ ਨੂੰ ਇਸ ਦੀ ਦਿੱਕਤ ਜਿਹੜੀ ਹੈ ਆਮ ਹੀ ਦੇਖਣ ਨੂੰ ਮਿਲਦੀ ਹੈ। ਸੋ ਅੱਜ ਇਸ ਦੇ ਬਾਰੇ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਨੇ ਪ੍ਰੋ ਲਾਈਫ ਹਸਪੀਟਲ ਤੋਂ ਡਾਕਟਰ ਰਣਜੀਤ ਸਿੰਘ। 15 ਸਾਲਾਂ ਦਾ ਐਕਸਪੀਰੀਅੰਸ ਹੈ। 15 ਸਾਲਾਂ ਦੇ ਵਿੱਚ ਡਾਕਟਰ ਸਾਹਿਬ 15,000 ਤੋਂ ਵੀ ਵੱਧ ਸਰਜਰੀਜ਼ ਜਿਹੜੀਆਂ ਨੇ ਕਰ ਚੁੱਕੇ ਨੇ। ਸੋ ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਤੁਸੀਂ ਅੱਜ ਬੈਸਟ ਐਡਵਾਈਸ ਜਿਹੜੀਆਂ ਦੇਵੋਗੇ। ਥੈਂਕ ਯੂ ਮੈਮ ਫॉर ਇਨਵਾਈਟਿੰਗ ਮੀ ਟੂ ਦਿਸ ਸ਼ੋ। ਡੈਫੀਨਿਟਲੀ ਮੈਂ ਬਹੁਤ ਕੁਝ ਦੱਸਣਾ ਚਾਹਾਂਗਾ, ਕਿਉਂਕਿ ਬਹੁਤ ਮਿਥਸ ਹੈਗੀਆਂ ਇਸ ਟਾਈਮ ਲੋਕਾਂ ਦੇ ਦਿਮਾਗ 'ਚ ਰਿਗਾਰਡਿੰਗ ਜੁਆਇੰਟ ਪ੍ਰੋਬਲਮਸ ਐਂਡ ਜੁਆਇੰਟ ਰਿਲੇਟਡ ਟ੍ਰੀਟਮੈਂਟ ਲੈ ਕੇ, ਐਂਡ I would love to clear ਉਹ ਡਾਊਟਸ ਤੇ ਉਹ ਮਿਥਸ ਨੂੰ ਹਟਾਉਣਾ ਚਾਹੂੰਗਾ ਮੈਂ। ਸੋ ਸਭ ਤੋਂ ਪਹਿਲਾਂ ਸਰ ਮੈਂ ਜਾਣਨਾ ਚਾਹੂੰਗੀ ਕਿ ਜਿਹੜੀ ਇਹ ਸਮੱਸਿਆ ਪਹਿਲਾਂ ਬਜ਼ੁਰਗਾਂ ਨੂੰ ਪੇਸ਼ ਆਉਂਦੀ ਸੀ, ਕਹਿੰਦੇ ਸੀਗੇ ਕਿ ਜੋੜਾਂ ਦਾ ਦਰਦ ਜਿਹੜਾ ਹੈ ਉਮਰ ਦੇ ਨਾਲ ਪੇਸ਼ ਆਉਂਦਾ ਹੈ, ਲੇਕਿਨ ਅੱਜ ਨੌਜਵਾਨਾਂ ਨੂੰ ਵੀ ਆਮ ਦੇਖਣ ਨੂੰ ਮਿਲ ਰਿਹਾ। ਇਸ ਦੀ ਕੀ ਵਜ੍ਹਾ ਹੈ? ਮੈਮ ਦੇਖੋ, ਇਹ ਜਿਹੜੀ ਪ੍ਰੋਬਲਮ ਹੈ ਜਿਹੜਾ ਜੋੜ ਦਾ ਘਸਣਾ, ਇਹ ਯੂਜੂਲੀ ਉਮਰ ਨਾਲ ਹੀ ਹੁੰਦਾ ਸੀ ਪਹਿਲਾਂ, ਤੇ ਹੁਣ ਵੀ ਉਮਰ ਨਾਲ ਹੁੰਦਾ ਹੈ। ਬਟ ਬਿਕੋਜ਼ ਆਫ ਆਰ ਬੈਡ ਲਾਈਫ ਸਟਾਈਲ, ਇਹ ਹੁਣ ਯੰਗ ਜਨਰੇਸ਼ਨ 'ਚ ਵੀ ਆ ਰਿਹਾ ਹੈ। ਲਾਈਫ ਸਟਾਈਲ ਜਿਵੇਂ ਕਿ ਹੁਣ ਲੈਕ ਆਫ ਐਕਸਰਸਾਈਜ਼, ਸਿਡੈਂਟਰੀ ਲਾਈਫ ਸਟਾਈਲ ਹੋ ਗਿਆ ਲੋਕਾਂ ਦਾ ਅੱਜ ਕੱਲ੍ਹ। ਖਾਣਾ ਪੀਣਾ ਬਹੁਤ ਹੀ ਜ਼ਿਆਦਾ ਜੰਕ ਫੂਡ ਹੋ ਗਿਆ। ਲਾਈਫ ਆਮ ਤੌਰ ਤੇ ਪੀਜ਼ਾ ਬਰਗਰ ਤਾਂ ਇੱਕ ਨੋਰਮ ਬਣ ਗਿਆ ਇੰਡੀਅਨ ਫੂਡ ਦਾ। ਇਟ ਇਜ਼ ਨੋ ਲੋਂਗਰ ਅ ਫੋਰਨ ਫੂਡ, ਆਈ ਥਿੰਕ ਇਟਸ ਐਨ ਇੰਡੀਅਨ ਫੂਡ। ਸੋ ਇਹੋ ਜਿਹਾ ਲਾਈਫ ਸਟਾਈਲ ਤੇ ਲੈਕ ਆਫ ਐਕਸਰਸਾਈਜ਼ ਐਂਡ ਸਿਡੈਂਟਰੀ ਹੈਬਿਟਸ ਕਰਕੇ ਇਹ ਪ੍ਰੋਬਲਮ ਓਵਰਵੇਟ ਹੋਣ ਕਰਕੇ ਪੇਸ਼ੈਂਟਸ ਨੂੰ ਪ੍ਰੋਬਲਮ ਹੈ ਬਹੁਤ ਜਲਦੀ ਫੇਸ ਕਰਨੀ ਪੈ ਰਹੀ ਹੈ। ਇਹਦਾ ਮਤਲਬ ਕਿ ਡਾਇਗਨੋਸ ਕਿੱਦਾਂ ਕੀਤਾ ਜਾਵੇ? ਡਾਇਗਨੋਸਿਸ ਦੇਖੋ, ਇਹਦਾ ਇੱਦਾਂ ਹੁੰਦਾ ਕਿ ਪੇਸ਼ੈਂਟ ਨੂੰ ਪਹਿਲਾਂ ਪ੍ਰੋਬਲਮਸ ਆਉਣਗੀਆਂ, ਸਿੰਪਟਮਸ ਜਿਹੜੇ ਹੋਣਗੇ ਪੇਨ, ਉਹਨਾਂ ਨੂੰ ਜੋੜਾਂ 'ਚ ਪੇਨ ਹੋਏਗਾ, ਤੁਰਨ 'ਚ ਉਹਨਾਂ ਨੂੰ ਤਕਲੀਫ ਮਹਿਸੂਸ ਹੋਊਗੀ। ਜਦੋਂ ਬੈਠ ਕੇ ਉੱਠਦੇ ਨੇ ਕੁਰਸੀ ਤੋਂ ਜਾਂ ਨੀਵੀਂ ਥਾਂ ਤੋਂ ਬੈਠ ਕੇ ਉੱਠਣਗੇ, ਉਹਨਾਂ ਨੂੰ ਹਿਪ ਜਾਂ ਨੀ ਵਿੱਚ ਪੇਨ ਹੋਊਗਾ। ਪੌੜੀਆਂ ਚੜ੍ਹਨ ਲੱਗੇ ਉਹਨਾਂ ਨੂੰ ਤਕਲੀਫ ਮਹਿਸੂਸ ਹੋਊਗੀ, ਐਂਡ ਉਹ ਹਮੇਸ਼ਾ ਅਕੜਾਪਨ, ਇੱਕ ਕੱਸਿਆਪਨ ਉਹਨਾਂ ਨੂੰ ਜੁਆਇੰਟ ਵਿੱਚ ਲੱਗੇਗਾ। ਸਪੀਡ ਤੁਰਨ ਦੀ, ਵਾਕਿੰਗ ਦੀ ਸਪੀਡ ਹੈ ਉਹ ਘਟ ਜਾਏਗੀ। ਸੋ ਇਹ ਅਰਲੀ ਸਿੰਪਟਮਸ ਨੇ ਤੁਹਾਡੀ ਪ੍ਰੋਬਲਮ ਸ਼ੁਰੂਆਤ ਹੋ ਰਹੀ ਹੈ। ਤੇ ਕਿਸ ਤਰ੍ਹਾਂ, ਲਾਈਕ ਨਾਰਮਲੀ ਤਾਂ ਆਪਾਂ ਦੇਖਿਆ ਜਾਵੇ ਇੰਨੇ ਸਿੰਪਟਮ ਲੋਕ ਜਿਹੜੇ ਨੇ ਅਵੋਇਡ ਹੀ ਕਰ ਜਾਂਦੇ ਨੇ, ਜਾਂ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਕਿ ਜਿਹੜੇ ਕੋਈ ਦਿੱਕਤ ਪਰੇਸ਼ਾਨੀ ਉਹਨਾਂ ਨੂੰ ਆ ਰਹੀ ਹੈ। ਸੋ ਕੀ ਸੁਜੈਸਟ ਕਰਦੇ ਹੋ ਕਿ ਪੇਸ਼ੈਂਟ ਨੂੰ ਕਦੋਂ ਜਾਣਾ ਚਾਹੀਦਾ ਡਾਕਟਰ ਦੇ ਕੋਲੇ, ਤੇ ਕਦੋਂ ਖਾਸ ਤੌਰ ਤੇ ਆਪਰੇਟ ਕਰਵਾਉਣਾ ਚਾਹੀਦਾ? ਮੈਂ ਆਪਰੇਟ ਦੀ ਗੱਲ ਬਾਅਦ 'ਚ ਕਰਾਂਗਾ, ਪਹਿਲਾਂ ਤਾਂ ਇਹ ਗੱਲ ਕਰਾਂਗਾ ਕਿ ਕੋਸ਼ਿਸ਼ ਕਿ ਪੇਸ਼ੈਂਟ ਅਰਲੀ ਡਾਕਟਰ ਕੋਲ ਆਉਣ, ਸਹੀ ਟਾਈਮ ਤੇ ਆਉਣ, ਕਿ ਉਹਨਾਂ ਨੂੰ ਆਪਰੇਟ ਵਾਲੀ ਨੌਬਤ ਤੋਂ ਹੀ ਬਚਾਇਆ ਜਾ ਸਕੇ। ਤੇ ਜਦੋਂ ਵੀ ਇਹਨਾਂ ਨੂੰ ਇਹੋ ਜਿਹੀ ਪ੍ਰੋਬਲਮਸ ਆਉਂਦੀਆਂ ਨੇ, ਜੁਆਇੰਟ ਪੇਨਸ ਜਾਂ ਸਵੇਰੇ ਉੱਠ ਕੇ ਸਟਿਫਨੈਸ ਜੋੜਾਂ 'ਚ ਹੋ ਰਹੀ ਹੈ, ਬੈਠ ਕੇ ਉੱਠਣ 'ਚ ਤਕਲੀਫ ਹੋ ਰਹੀ, ਉਹਨਾਂ ਨੂੰ ਇਮੀਡੀਏਟਲੀ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਹੈ, ਆਰਥੋਪੈਡਿਕ ਸਰਜਨ ਨੂੰ ਕੰਸਲਟ ਕਰਨਾ ਚਾਹੀਦਾ ਹੈ, ਹੱਡੀਆਂ ਦੇ ਮਾਹਿਰ ਨੂੰ।
ਤੇ ਉਹ ਡਾਕਟਰ ਆਪਣੇ ਆਪ ਹੀ ਉਹ ਪੇਸ਼ੈਂਟ ਜਦੋਂ ਐਗਜ਼ਾਮਿਨ ਕਰੇਗਾ, ਦੇਖੇਗਾ, ਉਹਨਾਂ ਦੇ ਐਕਸ-ਰੇਜ਼ ਕਰਾ ਕੇ ਦੇਖੇਗਾ, ਉਹਨੂੰ ਕਲੀਅਰ ਹੋ ਜਾਏਗਾ। ਫਿਰ ਉਹ ਮੈਡੀਸਿਨਸ ਨਾਲ ਉਹਨੂੰ ਉਸ ਵੇਲੇ ਟਰੀਟ ਕੀਤਾ ਜਾ ਸਕਦਾ ਹੈ। ਤੇ ਰਹੀ ਗੱਲ ਆਪਰੇਟ ਦੀ, ਆਪਰੇਟ ਪੇਸ਼ੈਂਟ ਨੂੰ ਉਦੋਂ ਹੀ ਕੀਤਾ ਜਾਂਦਾ। ਆਪਰੇਟ ਵਿੱਚ ਮੇਰਾ ਕਹਿਣ ਦਾ ਮਤਲਬ ਹੈ ਜੁਆਇੰਟ ਰਿਪਲੇਸਮੈਂਟ ਸਰਜਰੀ ਜਿਹਨੂੰ ਕਹਿੰਦੇ ਆ, ਜਾਂ ਨੀ ਰਿਪਲੇਸਮੈਂਟ ਜਾਂ ਹਿਪ ਰਿਪਲੇਸਮੈਂਟ। ਉਹ ਉਦੋਂ ਹੀ ਕਰਿਆ ਜਾਂਦਾ ਹੈ ਜਦੋਂ ਪ੍ਰੋਬਲਮ ਬਹੁਤ ਵੱਧ ਜਾਵੇ, ਪੇਸ਼ੈਂਟ ਦਾ ਤੁਰਨਾ ਫਿਰਨਾ ਔਖਾ ਹੋ ਜਾਵੇ, ਡੇ ਟੂ ਡੇ ਐਕਟੀਵਿਟੀਜ਼ ਜਿਹੜੀ ਲਾਈਫ ਦੀਆਂ ਨੇ ਘਰ ਦੀਆਂ ਉਹ ਪੇਸ਼ੈਂਟ ਨਾ ਕਰ ਸਕੇ, ਜਾਂ ਪੇਸ਼ੈਂਟ ਪੇਨ ਕਿਲਰ 'ਤੇ ਡਿਪੈਂਡੈਂਟ ਹੋ ਗਿਆ, ਉਹਨੂੰ ਪੇਨ ਕਿਲਰ ਖਾਏ ਬਗੈਰ ਉਹਦਾ ਸਰਦਾ ਹੀ ਨਹੀਂ ਹੈ। ਸੋ ਉਹੋ ਜਿਹੀ ਕੰਡੀਸ਼ਨ ਵਿੱਚ ਪੇਸ਼ੈਂਟ ਨੂੰ ਆਪਰੇਟ ਕਰਾਉਣਾ ਚਾਹੀਦਾ। ਜਾਂ ਫਿਰ ਉਹਨਾਂ ਦੀ ਡਿਫੋਰਮਿਟੀ, ਕਈਆਂ ਦੀ ਜਿਹੜੀ ਲੱਤਾਂ ਤੁਸੀਂ ਨੋਟਿਸ ਕੀਤਾ, ਲੱਤਾਂ ਲੋਕਾਂ ਦੀ ਵਿੰਗੀਆਂ ਹੋ ਜਾਂਦੀਆਂ ਨੇ, ਟੇਢੀ ਹੋ ਜਾਂਦੀਆਂ ਨੇ, ਉਸ ਕੰਡੀਸ਼ਨ 'ਚ ਆਪਰੇਟ ਕਰਨਾ ਬਹੁਤ ਜ਼ਰੂਰੀ ਹੈ। ਉਹਦਾ ਰੀਜ਼ਨ ਇੱਕ ਖਾਸ ਹੈ, ਜਦੋਂ ਆਪਾਂ ਆਪਣੀ ਜਦੋਂ ਅਲਾਈਨਮੈਂਟ ਲੈਗਸ ਦੀ ਖਰਾਬ ਹੋ ਜਾਂਦੀ, ਲੱਤਾਂ ਜਦੋਂ ਵਿੰਗੀਆਂ ਹੋ ਜਾਂਦੀਆਂ, ਅਸੀਂ ਤੇ ਤੁਰਦੇ ਹਾਂ ਤੇ ਸਾਡੀ ਬੈਕ 'ਤੇ ਬੜਾ ਜ਼ੋਰ ਪੈਂਦਾ ਹੈ। ਇਵੈਂਚੁਅਲੀ ਉਹ ਬੈਕ ਵਿੱਚ ਡਿਫੋਰਮਿਟੀ ਕ੍ਰੀਏਟ ਹੋ ਜਾਂਦੀ ਹੈ, ਬੈਕ ਟੇਢੀ ਹੋ ਜਾਂਦੀ ਹੈ, ਜਿਹਨੂੰ ਟਰਮ ਕਹਿੰਦੇ ਆ ਸਕੋਲੀਓਸਿਸ। ਐਂਡ ਜਦੋਂ ਉਹ ਬੈਕ ਵਿੱਚ ਡਿਫੈਕਟ ਜਿਹੜਾ ਆ ਗਿਆ ਨਾ, ਉਹ ਇੱਕ ਪਰਮਾਨੈਂਟ ਡਿਫੈਕਟ ਹੈ। ਉਹ ਅਸੀਂ ਨੀ ਸਰਜਰੀ ਜਾਂ ਹਿਪ ਸਰਜਰੀ ਕਰਕੇ ਜਦੋਂ ਜੁਆਇੰਟ ਨੂੰ ਠੀਕ ਕਰ ਦਾਂਗੇ, ਬਟ ਉਹ ਬੈਕ ਦੀ ਡਿਫੋਰਮਿਟੀ ਉਹ ਪਰਮਾਨੈਂਟ ਰਹਿ ਜਾਂਦੀ ਹੈ। ਫਿਰ ਪੇਸ਼ੈਂਟ ਉਹ ਸਰਜਰੀ ਕਰਵਾ ਕੇ ਵੀ ਉਹ ਠੀਕ ਨਹੀਂ ਹੋ ਪਾਉਂਦਾ, ਕਿਉਂਕਿ ਉਹਦੀ ਬੈਕ ਪੇਨ ਹਮੇਸ਼ਾ ਲਈ ਰਹਿ ਜਾਂਦੀ। ਉਹ ਪੇਸ਼ੈਂਟ ਆਪਰੇਟ ਕਰਵਾ ਕੇ ਵੀ ਸੈਟੀਸਫਾਈਡ ਨਹੀਂ ਹੋ ਪਾਉਂਦਾ। ਸੋ ਜ਼ਰੂਰੀ ਹੈ ਕਿ ਸਮੇਂ ਸਿਰ ਡਾਇਗਨੋਸ ਕੀਤਾ ਜਾਵੇ ਤੇ ਟ੍ਰੀਟਮੈਂਟ ਲਈ ਜਾਇਆ ਜਾਏ। ਬਿਲਕੁਲ ਮੈਮ, ਇੱਕ ਕਹਿੰਦੇ ਨਾ ਸਟਿਚ ਇਨ ਟਾਈਮ ਸੇਵਸ 9। ਸੋ ਹਰ ਚੀਜ਼ ਦਾ ਇੱਕ ਸਹੀ ਸਮਾਂ ਹੁੰਦਾ ਹੈ, ਉਹ ਸਹੀ ਸਮੇਂ ਤੇ ਚੀਜ਼ ਹੋ ਜਾਏ, ਇਟਸ ਦ ਬੈਸਟ ਥਿੰਗ। ਸੋ ਸਰ ਬਿਲਕੁਲ ਸਹੀ ਗੱਲ ਹੈ ਕਿ ਲੇਕਿਨ ਇਹ ਕਿਸ ਤਰ੍ਹਾਂ ਧਿਆਨ ਰੱਖਿਆ ਜਾਏ ਕਿ ਪੇਸ਼ੈਂਟ ਨੂੰ ਕਿਹੋ ਜਿਹਾ ਸਰਜਨ ਚੂਜ਼ ਕਰਨਾ ਚਾਹੀਦਾ, ਕਿਹੜੇ ਪੈਰਾਮੀਟਰਸ ਵੱਲ ਧਿਆਨ ਦੇਣਾ ਚਾਹੀਦਾ, ਔਰ ਖਾਸ ਤੌਰ ਤੇ ਹਸਪੀਟਲ ਕਿ ਇੱਕ ਪੇਸ਼ੈਂਟ ਨੇ ਜੇ ਆਪਣੀ ਸਰਜਰੀ ਕਰਾਉਣੀ ਹੈ ਤਾਂ ਕਿਹੜੀ ਗੱਲਾਂ ਦਾ ਧਿਆਨ ਦੇਣ? ਮੈਮ ਇੱਕ ਬੜਾ ਹੀ ਅਹਿਮ ਕੁਐਸਚਨ ਹੈ, ਐਂਡ ਇਟ ਇਜ਼ ਵੈਰੀ ਡਿਫਿਕਲਟ ਟੂ ਆਨਸਰ ਕੁਐਸਚਨ, ਕਿਉਂਕਿ ਇਹ ਹਰ ਪੇਸ਼ੈਂਟ ਦਿਮਾਗ 'ਚ ਇਹੀ ਆਉਂਦਾ ਕਿ ਮੈਂ ਕਿਹੜਾ ਡਾਕਟਰ ਚੂਜ਼ ਕਰਾਂ, ਕਿਹੜਾ ਹਸਪੀਟਲ ਚੂਜ਼ ਕਰਾਂ, ਬਿਕਾਜ਼ ਮਲਟੀਪਲ ਆਪਸ਼ਨਸ ਅਵੇਲੇਬਲ ਨੇ। ਸੋ ਆਈ ਵਿਲ ਕਮ ਟੂ ਸਟ੍ਰੇਟ ਟੂ ਦਾ ਪੁਆਇੰਟ। ਸਰਜਨ ਤੁਸੀਂ ਉਹ ਚੂਜ਼ ਕਰਨਾ ਹੂ ਹੈਜ਼ ਅ ਗੁੱਡ ਐਕਸਪੀਰੀਅੰਸ ਆਫ ਸਰਜਰੀਜ਼, ਹੈਵ ਸੀਨ ਦ ਰਿਜ਼ਲਟਸ ਆਫ ਦੈਟ ਸਰਜਨ। ਤੁਸੀਂ ਉਸ ਸਰਜਨ ਦੇ ਰਿਜ਼ਲਟਸ ਦੇਖੇ ਹੋਣ। ਇਟਸ ਆਲਵੇਜ਼ ਬੈਟਰ ਕਿ ਤੁਸੀਂ ਕਿਸੇ ਪੇਸ਼ੈਂਟ ਨੂੰ ਮਿਲੋ ਜਿਹੜੇ ਉਸ ਸਰਜਨ ਨੇ ਆਪਰੇਟ ਕੀਤਾ ਹੋਇਆ, ਤੁਸੀਂ ਉਹਦੇ ਰਿਜ਼ਲਟਸ ਦੇਖ ਸਕਦੇ ਹੋ ਕਿ ਉਹਦੇ ਸਰਜਨ ਦੇ ਕਿੰਨੇ ਵਧੀਆ ਰਿਜ਼ਲਟ ਨੇ ਆਪਰੇਸ਼ਨ ਤੋਂ ਬਾਅਦ। ਠੀਕ ਹੈ। ਐਂਡ ਸੈਕੰਡਲੀ ਵਨ ਮੋਰ ਇੰਪੋਰਟੈਂਟ ਥਿੰਗ, ਆਰਥੋਪੈਡਿਕਸ ਜਿਹੜੀ ਇਹ ਬ੍ਰਾਂਚ ਹੈ ਇਹ ਬਹੁਤ ਹੀ ਵਾਈਡ ਸਪੈਸ਼ਲਿਟੀ ਹੈ, ਤੇ ਆਪਣੇ ਨਾਰਥ ਇੰਡੀਆ ਵਿੱਚ ਇਹਨੂੰ ਜਨਰਲ ਆਰਥੋਪੈਡਿਕਸ ਦੀ ਤਰ੍ਹਾਂ ਪ੍ਰੈਕਟਿਸ ਕੀਤਾ ਜਾਂਦਾ ਹੈ। ਮਤਲਬ ਆਰਥੋਪੈਡਿਕਸ ਮੈਂ ਅਗਰ ਮੈਂ ਦੱਸਾਂ ਤੇ ਇਹਦੇ ਵਿੱਚ 6-7 ਸਪੈਸ਼ਲਿਟੀਜ਼ ਐਡ ਹੁੰਦੀਆਂ, ਜਿੱਦਾਂ ਕਿ ਜੁਆਇੰਟ ਰਿਪਲੇਸਮੈਂਟ ਇੱਕ ਹੋ ਗਿਆ ਜੀ, ਇੱਕ ਹੋ ਗਿਆ ਫ੍ਰੈਕਚਰਸ ਮੈਨੇਜਮੈਂਟ, ਜਿਵੇਂ ਫ੍ਰੈਕਚਰ ਹੋ ਗਈ, ਹੱਡੀ ਟੁੱਟ ਭੱਜ ਗਈ, ਕਦੀ ਰੋਡ ਪਲੇਟਸ ਪੈਂਦੀਆਂ। ਥਰਡਲੀ ਹੁੰਦੀ ਪੀਡੀਆਟ੍ਰਿਕ ਆਰਥੋਪੈਡਿਕਸ, ਬੱਚਿਆਂ ਦੀ ਆਰਥੋਪੈਡਿਕਸ, ਜਿਹਦੇ ਵਿੱਚ ਪੈਰ ਵਿੰਗੇ ਹੁੰਦੇ ਨੇ ਬੱਚਿਆਂ ਦੇ, ਛੋਟੇ ਬੱਚਿਆਂ ਦੇ, ਜਾਂ ਕਿਸੇ ਨੂੰ ਪੋਲੀਓ ਹੋ ਗਿਆ ਉਹਦੀ ਆਰਥੋਪੈਡਿਕਸ। ਫਿਰ ਹੁੰਦੀ ਹੈ ਸਪਾਈਨ ਸਰਜਰੀਜ਼, ਰੀੜ੍ਹ ਦੀ ਹੱਡੀ ਦੀ ਪ੍ਰੋਬਲਮ, ਉਹ ਵੀ ਆਰਥੋਪੈਡਿਕਸ ਦਾ ਪਾਰਟ ਹੈ। ਫਿਰ ਆ ਸਪੋਰਟਸ ਇੰਜਰੀਜ਼, ਜਿਹਦੇ ਵਿੱਚ ਲਿਗਾਮੈਂਟ ਇੰਜਰੀ ਟੀਅਰ ਹੋ ਜਾਂਦੇ ਨੇ, ਉਹ ਵੀ ਆਰਥੋਪੈਡਿਕਸ ਦਾ ਪਾਰਟ ਹੈ। ਫਿਰ ਬੋਨ ਟਿਊਮਰਸ। ਸੋ 6-7 ਤਰ੍ਹਾਂ ਦੀਆਂ ਸਬ ਸੁਪਰ ਸਪੈਸ਼ਲਿਟੀਜ਼ ਨੇ ਆਰਥੋਪੈਡਿਕਸ ਦੀ। ਸੋ ਸਮਵਨ ਹੂ ਇਜ਼ ਡੂਇੰਗ ਐਵਰੀਥਿੰਗ ਇਨ ਦਿਸ ਆਰਥੋਪੈਡਿਕਸ ਵਰਲਡ, all specialties, he can be jack of all trade, master of none. So I would recommend to choose the surgeon who is a super specialized in joint replacement, ਜਿਹੜੇ dedicatedly joint replacement surgery ਕਰਦੇ ਹੋਣ, exclusively joint replacement ਕਰਦੇ ਹੋਣ। ਉਹ ਬਹੁਤ ਗਿਣੇ ਚੁਣੇ surgeons ਨੇ ਆਪਣੇ ਪੰਜਾਬ 'ਚ ਜਿਹੜੇ exclusive joint replacement ਕਰਦੇ ਨੇ, and luckily I am one of them. So you should always choose a super specialized surgeon। ਜਿੱਦਾਂ ਕਿਸੇ ਨੂੰ ਅਗਰ ਹਾਰਟ ਦੀ ਪ੍ਰੋਬਲਮ ਹੈ, ਉਹ ਇੱਕ ਜਨਰਲ ਫਿਜ਼ੀਸ਼ੀਅਨ ਨੂੰ ਵੀ ਦਿਖਾ ਕੇ ਟ੍ਰੀਟਮੈਂਟ ਲੈ ਸਕਦਾ ਹੈ, ਬਟ ਇੱਕ ਜੇ ਆਪਾਂ ਹਾਰਟ ਸਪੈਸ਼ਲਿਸਟ ਕੋਲ ਜਾਈਏ, ਯੂ ਹੈਵ ਐਨ ਐਕਸਟਰਾ ਐਜ। ਜੇ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਅਸੀਂ ਆਮ ਫਿਜ਼ੀਸ਼ੀਅਨ ਤੋਂ ਵੀ ਸ਼ੂਗਰ ਦੀ ਦਵਾਈ ਲੈ ਸਕਦੇ ਹਾਂ, ਬਟ ਤੁਸੀਂ ਜੇ ਡਾਇਬਟਿਕ ਸਪੈਸ਼ਲਿਸਟ ਕੋਲ ਜਾਂਦੇ ਹੋ ਤਾਂ ਯੂ ਗੈਟ ਬੈਟਰ ਰਿਜ਼ਲਟਸ, ਬਿਕੋਜ਼ ਹੀ ਇਜ਼ ਸੁਪਰ ਸਪੈਸ਼ਲਿਸਟ ਐਂਡ ਮੋਰ ਟ੍ਰੇਨਡ ਦੈਨ ਅ ਨਾਰਮਲ ਫਿਜ਼ੀਸ਼ੀਅਨ। ਜੀ। ਸੋ ਕਮਿੰਗ ਟੂ ਦਿਸ ਪੁਆਇੰਟ, ਸਰਜਨ ਤੁਹਾਡਾ ਹੋ ਗਿਆ ਪੁਆਇੰਟ। ਹੁਣ ਹਸਪੀਟਲ ਕਿਵੇਂ ਚੂਜ਼ ਕਰਨਾ ਹੈ? ਹਸਪੀਟਲ ਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਹੈ ਹਾਈਜੀਨ, ਬਿਕੋਜ਼ ਇਹ ਸਰਜਰੀ ਜਿਹੜੀ ਹੁੰਦੀ ਹੈ ਜੁਆਇੰਟ ਰਿਪਲੇਸਮੈਂਟ, ਇਟ ਇਜ਼ ਪ੍ਰੋਨ ਟੂ ਗੈਟ ਇਨਫੈਕਟਡ ਸੂਨ। ਇਹਦੇ ਵਿੱਚ ਇਨਫੈਕਸ਼ਨ ਦਾ ਰਿਸਕ ਹਾਈ ਹੁੰਦਾ ਹੈ, ਤੇ ਇਨਫੈਕਸ਼ਨ ਹੀ ਸਭ ਤੋਂ ਵੱਡਾ ਕੰਪਲਿਕੇਸ਼ਨ ਹੈ ਜੁਆਇੰਟ ਰਿਪਲੇਸਮੈਂਟ ਦਾ। ਤੇ ਜਿਸ ਹਸਪੀਟਲ ਵਿੱਚ ਹਾਈਜੀਨ ਨਹੀਂ ਹੈ, ਸਫਾਈ ਨਹੀਂ ਹੈ, ਤੁਹਾਨੂੰ ਹਸਪੀਟਲ ਨਹੀਂ ਚੂਜ਼ ਕਰਨਾ ਚਾਹੀਦਾ। ਓਕੇ, ਦਿਸ ਇਜ਼ ਵੈਰੀ ਇੰਪੋਰਟੈਂਟ।
ਤੇ ਹਾਈਜੀਨ ਤੋਂ ਇਲਾਵਾ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਇਟ ਸ਼ੁੱਡ ਬੀ ਅ ਮਲਟੀ ਸਪੈਸ਼ਲਿਟੀ ਹਸਪੀਟਲ ਬਿਕੋਜ਼ ਜਿਹੜੇ ਪੇਸ਼ੈਂਟਸ ਹੁੰਦੇ ਨੇ ਯੂਜੂਅਲੀ ਦੇ ਆਰ 45 50 ਤੋਂ ਉੱਪਰ ਦੀ ਏਜ ਹੁੰਦੇ ਨੇ, ਇਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਨਾਲ ਹੁੰਦੀ ਹੈ, ਜਿੱਦਾਂ ਕਿਸੇ ਨੂੰ ਸ਼ੂਗਰ ਦੀ, ਬੀਪੀ ਦੀ ਜਾਂ ਸੋ ਮਤਲਬ ਕੰਪਲਿਕੇਸ਼ਨਸ ਵੱਲ ਵੀ ਧਿਆਨ ਦਿੰਦੇ ਹੋਏ ਸਿਲੈਕਟ ਕਰਨਾ ਚਾਹੀਦਾ। ਵੀ ਸ਼ੁੱਡ ਬੀ ਕੇਅਰਫੁਲ ਕਿ ਜੇਕਰ ਕੋਈ ਕੰਪਲਿਕੇਸ਼ਨ ਆਉਂਦੀ ਹੈ ਤਾਂ ਉਹਨੂੰ ਬੈਕਅਪ ਦੇਣ ਲਈ ਤੁਹਾਡੇ ਕੋਲ ਡਾਕਟਰਸ ਹੋਰ ਹੋਣੇ ਚਾਹੀਦੇ ਨੇ। ਇਟ ਸ਼ੁੱਡ ਨਾਟ ਬੀ ਅ ਪਿਓਰ ਆਰਥੋਪੈਡਿਕ ਹਸਪੀਟਲ। ਜਦ ਤੁਸੀਂ ਜੁਆਇੰਟ ਰਿਪਲੇਸਮੈਂਟ ਕਰਵਾ ਰਹੇ ਹੋ, ਇਟ ਸ਼ੁੱਡ ਬੀ ਅ ਮਲਟੀ ਸਪੈਸ਼ਲਿਟੀ ਹਸਪੀਟਲ ਜਿੱਥੇ ਬਾਕੀ ਫੈਸਿਲਿਟੀਜ਼ ਡਾਕਟਰਸ ਵੀ ਹੋਣ। ਜੇ ਖੁਦਾ ਨਾ ਖਾਸਤਾ ਕੋਈ ਕੰਪਲਿਕੇਸ਼ਨ ਆ ਜਾਵੇ ਤਾਂ ਤੁਹਾਡੇ ਕੋਲ ਡਾਕਟਰ ਇਨ ਹਾਊਸ ਹੋਣਾ ਚਾਹੀਦਾ ਹਸਪੀਟਲ ਦੇ ਵਿੱਚ, ਨਾਟ ਕਿ ਤੁਸੀਂ ਕਿਸੇ ਨੂੰ ਕਾਲ ਕਰੋਗੇ, ਔਨ ਕਾਲ ਸਰਜਨ ਬੁਲਾ ਕੇ ਟ੍ਰੀਟਮੈਂਟ ਕਰੋਗੇ, ਬਿਕੋਜ਼ ਫਸਟ ਆਵਰ ਇਜ਼ ਦ ਕ੍ਰੂਸ਼ੀਅਲ ਆਵਰ ਫॉर ਟ੍ਰੀਟਮੈਂਟ ਆਫ ਐਨੀ ਕੰਪਲਿਕੇਸ਼ਨ। ਜੇ ਤੁਸੀਂ ਸਰਜਨ ਨੂੰ ਬਾਹਰੋਂ ਕਾਲ ਕਰਦੇ ਹੋ, ਡਾਕਟਰ ਨੂੰ ਕਾਲ ਕਰਦੇ ਹੋ, ਉਦੋਂ ਤੁਸੀਂ ਉਹ 골ਡਨ ਪੀਰੀਅਡ ਲੂਜ਼ ਕਰ ਦਿੰਦੇ ਹੋ ਐਂਡ patient lands up in complications. ਜੀ ਬਿਲਕੁਲ, ਇਹਨਾਂ ਗੱਲਾਂ ਦੇ ਵੱਲ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਸਰ ਮੈਂ ਪੁੱਛਣਾ ਚਾਹੂੰਗੀ, ਆਫਟਰ ਸਰਜਰੀ ਇਜ਼ ਡਨ, ਸਰਜਰੀ ਹੋਣ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਖਾਸ ਤੌਰ ਤੇ ਰਿਕਵਰੀ ਪੀਰੀਅਡ ਦੀ ਗੱਲ ਕੀਤੀ ਜਾਵੇ ਤਾਂ ਇਹੋ ਜਿਹੀਆਂ ਸਰਜਰੀਜ਼ ਕਿੰਨਾ ਟਾਈਮ ਲੈਂਦੀਆਂ? ਯੂਜੂਅਲੀ ਇਹ ਜੁਆਇੰਟ ਰਿਪਲੇਸਮੈਂਟ ਸਰਜਰੀ ਆਮ ਜਿਹੜੇ ਸਰਜਨ ਕਰਦੇ ਨੇ ਘੰਟਾ 1.5 ਘੰਟਾ ਲੈਂਦੇ ਨੇ, ਬਟ ਆਈ ਡੂ ਇਟ ਵਿਦ ਅ ਡਿਫਰੈਂਟ ਟੈਕਨੀਕ। ਮੈਂ ਬਹੁਤ ਘੱਟ ਟਾਈਮ 'ਚ ਕਰ ਦਿੰਦਾ, 15-20 ਮਿੰਟ 'ਚ ਨੀ ਰਿਪਲੇਸਮੈਂਟ, ਐਂਡ ਮੈਂ 2-3 ਘੰਟੇ ਬਾਅਦ ਪੇਸ਼ੈਂਟ ਨੂੰ ਚਲਾ ਦਿੰਦਾ, ਐਂਡ ਉਸ ਤੋਂ ਬਾਅਦ ਪੇਸ਼ੈਂਟ ਸੈਕੰਡ ਜਾਂ ਥਰਡ ਡੇ ਸਟੇਅਰਸ ਵੀ ਚੜ੍ਹ ਸਕਦਾ ਹੈ, ਐਂਡ ਫੋਰਥ ਡੇ ਨੂੰ ਡਿਸਚਾਰਜ ਕਰ ਦਿੰਦੇ, ਛੁੱਟੀ ਕਰਕੇ ਘਰ ਭੇਜ ਦਿੰਦੇ ਆ। 15 to 20 ਡੇਜ਼ 'ਚ ਰਿਕਵਰੀ ਪੇਸ਼ੈਂਟ ਦੀ ਪੂਰੀ ਹੋ ਜਾਂਦੀ ਹੈ। ਪੇਸ਼ੈਂਟ ਬਗੈਰ ਸਪੋਰਟ ਤੋਂ ਸਟਿਕ ਜਾਂ ਵਾਕਰ ਤੋਂ ਤੁਰਨਾ ਫਿਰਨਾ ਸ਼ੁਰੂ ਕਰ ਦਿੰਦਾ ਹੈ, ਆਪਣੀ ਨਾਰਮਲ ਲਾਈਫ ਜੀਣ ਜੋਗਾ ਬਣ ਜਾਂਦਾ ਹੈ। ਸਰ ਇਹਦੇ ਵਿੱਚ ਮੈਂ ਇੱਕ ਪੁੱਛਣਾ ਚਾਹੂੰਗੀ, ਜ਼ੀਰੋ ਟੈਕਨੀਕ ਨਾਮ ਦੀ ਕੁਝ ਚੀਜ਼ ਹੁੰਦੀ ਹੈ, ਉਹ ਸਾਡੇ ਦਰਸ਼ਕਾਂ ਨੂੰ ਦੱਸੋ ਜ਼ੀਰੋ ਟੈਕਨੀਕ ਕੀ ਹੁੰਦਾ ਹੈ? ਜ਼ੀਰੋ ਟੈਕਨੀਕ ਐਕਚੁਅਲੀ ਇੱਕ ਟੈਕਨੀਕ ਹੈ ਜਿਹੜੀ ਮੈਂ ਆਈ ਵਾਸ ਵਰਕਿੰਗ ਅਰਲੀਅਰ ਵਿਦ ਸਮ ਹਸਪੀਟਲ ਇਨ ਅਹਿਮਦਾਬਾਦ, ਉੱਥੇ ਇਹ ਟੈਕਨੀਕ ਅਸੀਂ ਯੂਜ਼ ਕੀਤੀ ਸੀ। ਅਸੀਂ ਇਹਦਾ ਇਜਾਦ ਕੀਤਾ ਸੀ, ਰਾਦਰ ਯੂਜ਼ ਨਹੀਂ, ਮੈਂ ਇਹਨੂੰ ਕਹਾਂਗਾ ਇਨੋਵੇਟ ਕੀਤੀ ਸੀ। ਸੋ ਇਸ ਟੈਕਨੀਕ ਨਾਲ ਜਿਹੜਾ ਆਪਰੇਸ਼ਨ ਜਿਹੜਾ ਹੈ ਨੀ ਰਿਪਲੇਸਮੈਂਟ ਦਾ, ਉਹ ਸਿਰਫ 15-20 ਮਿੰਟ 'ਚ ਹੋ ਜਾਂਦਾ ਹੈ, ਵਿਦਆਊਟ ਐਨੀ ਬਲੱਡ ਲਾਸ। ਪੇਸ਼ੈਂਟ ਨੂੰ ਖੂਨ ਚੜਾਉਣ ਦੀ ਲੋੜ ਨਹੀਂ ਹੁੰਦੀ, ਐਂਡ ਇਟਸ ਅ ਪੇਨਲੈਸ ਆਪਰੇਸ਼ਨ। ਵਰਚੁਅਲੀ, ਆਈ ਵੁਡ ਨਾਟ ਸੇ ਪੇਨਲੈਸ, ਵਰਚੁਅਲੀ ਪੇਨਲੈਸ। ਮਾਮੂਲੀ ਜਾਂ ਨਾ ਮਾਤਰ ਦਾ ਪੇਨ ਹੁੰਦਾ ਹੈ। ਪੇਸ਼ੈਂਟ 2-3 ਘੰਟੇ ਬਾਅਦ ਤੁਰਨਾ ਸ਼ੁਰੂ ਕਰ ਦਿੰਦਾ ਹੈ। ਇਹ ਦ ਬਿਊਟੀਫੁਲ ਪਾਰਟ ਆਫ ਦਿਸ ਸਰਜਰੀ ਇਜ਼ ਦਿਸ ਕਿ ਪੇਸ਼ੈਂਟ ਸੇਮ ਡੇ 2-3 ਘੰਟੇ ਬਾਅਦ ਤੁਰਨਾ ਸ਼ੁਰੂ ਕਰ ਦਿੰਦਾ, ਐਂਡ ਰਿਕਵਰੀ ਇਜ਼ ਵੈਰੀ ਫਾਸਟ। ਨੋ ਨੀਡ, ਕੋਈ ਲੋੜ ਹੀ ਨਹੀਂ ਹੈ ਖੂਨ ਚੜਾਉਣ ਦੀ, ਕੋਈ ਬੈਡ ਰੈਸਟ ਦੀ ਲੋੜ ਨਹੀਂ ਹੈ, there is zero pain. So this is the beauty of this technique. ਸੋ ਬਹੁਤ ਐਡਵਾਂਸਮੈਂਟ ਜਿਹੜੀ ਹੈ ਫੀਲਡ ਵਿੱਚ ਆ ਚੁੱਕੀ ਹੈ, ਆਪਾਂ ਕਹਿ ਸਕਦੇ ਹਾਂ। Yes ma'am, with time science has evolved, science evolve ਹੋਈ ਹੈ, ਔਰ ਨਵੀਆਂ ਚੀਜ਼ਾਂ ਆਈਆਂ ਨੇ, and this is zero technique ਇੱਕ ਤਰ੍ਹਾਂ ਮਿਸਾਲ ਹੈ ਇਸ ਚੀਜ਼ ਦਾ। ਸਰ ਜਿਹੜਾ ਆਪਾਂ ਹੁਣ ਜੁਆਇੰਟ ਰਿਪਲੇਸ ਕਰ ਦਿੱਤਾ ਪੇਸ਼ੈਂਟ ਦਾ, ਤੇ ਉਹ ਜਿਹੜਾ ਕਿ ਉਹਦੀ ਲਾਈਫ ਕਿੰਨੀ ਕੁ ਹੁੰਦੀ ਹੈ? ਜਿਹੜਾ ਅਸੀਂ ਜੁਆਇੰਟ ਪਾਉਂਦੇ ਆ, ਨਵਾਂ ਜੁਆਇੰਟ, ਉਹਦੀ ਆਮ ਤੌਰ ਤੇ ਲਾਈਫ ਹੁੰਦੀ ਹੈ 20 ਤੋਂ 25 ਸਾਲ, ਪਰ ਹੁਣ ਐਡਵਾਂਸਡ ਨੀਜ਼ ਵੀ ਆ ਚੁੱਕੇ ਨੇ, ਜੁਆਇੰਟਸ ਹਿਪ ਵੀ ਆ ਚੁੱਕੇ ਨੇ, ਜਿਹਨਾਂ ਦੀ ਲਾਈਫ ਅਪ ਟੂ 40 ਇਅਰਸ ਤੱਕ ਕੰਪਨੀ ਕਲੇਮ ਕਰਦੀ ਹੈ। ਸੋ ਇਟ ਕੈਨ ਲਾਸਟ ਅਪ ਟੂ 40 ਇਅਰਸ। ਸਰ ਲੇਕਿਨ ਆਪਾਂ ਗੱਲ ਕਰੀਏ ਕਿ ਜੇਕਰ ਸਰਜਰੀ ਦਾ ਕੋਈ ਸਕੋਪ ਹੈ ਕਿ ਫੇਲ ਵੀ ਹੋ ਸਕਦੀ ਹੈ? 1% ਕੰਪਲਿਕੇਸ਼ਨ ਜਾਂ ਫੇਲਿਅਰ ਰੇਟ ਹੁੰਦਾ ਹੈ ਸਰਜਰੀ ਦਾ, and it is more in inexperienced surgeons. Okay. ਜਿਹੜੇ ਸਰਜਨਸ ਸਿੱਖ ਰਹੇ ਨੇ ਆਪਣੇ ਅਰਲੀ ਜਿਹੜੇ ਜਾਂ ਬਹੁਤ ਟ੍ਰੇਨਡ ਜਿਹੜੇ ਨਹੀਂ ਹੈਗੇ, ਜੇ ਉਹ ਆਪਰੇਟ ਕਰਦੇ ਤਾਂ ਉਹਨਾਂ ਦੇ ਕੰਪਲਿਕੇਸ਼ਨ ਰੇਟ ਹਾਇਰ ਹੁੰਦੇ ਨੇ, ਐਂਡ ਇਹੋ ਜਿਹੇ ਬਹੁਤ ਸਾਰੇ ਕੇਸਿਸ ਮੇਰੇ ਕੋਲ ਆਉਂਦੇ ਨੇ ਜਿਹੜੇ ਹੋਰ ਡਾਕਟਰਾਂ ਨੇ ਆਪਰੇਟ ਕੀਤੇ ਹੁੰਦੇ ਨੇ, ਐਂਡ ਜਦੋਂ ਕੰਪਲਿਕੇਸ਼ਨ ਆ ਜਾਂਦਾ ਹੈ ਪੇਸ਼ੈਂਟ ਉਹਨਾਂ ਕੋਲ ਡਾਕਟਰ ਕੋਲ ਵਿਜ਼ਿਟ ਕਰਦੇ ਨੇ, ਦੇ ਰਿਫਿਊਜ਼ ਕਿ ਅਸੀਂ ਨਹੀਂ ਉਹਨੂੰ ਠੀਕ ਕਰ ਸਕਦੇ, ਤੇ ਇਹ ਕਮ ਟੂ ਮੀ, ਐਂਡ ਮੈਂ ਬਹੁਤ ਸਾਰੇ ਪੇਸ਼ੈਂਟਸ ਐਸੇ ਟਰੀਟ ਕੀਤੇ ਨੇ, ਰੀਆਪਰੇਟ ਕੀਤੇ ਨੇ। ਵਨ ਆਫ ਦਾ ਐਗਜ਼ਾਮਪਲ ਇੱਦਾਂ ਹੀ ਸੀ ਕਿ ਪੇਸ਼ੈਂਟ ਸੀਗੇ ਸਰਹੰਦ ਦੇ, ਉਹਨਾਂ ਨੇ ਇੱਕ ਬਹੁਤ ਰਿਨਾਊਂਡ ਹਸਪੀਟਲ ਮੋਹਾਲੀ 'ਚ ਕਰਵਾਇਆ ਨੀ ਰਿਪਲੇਸਮੈਂਟ ਆਪਣਾ, ਉਹ ਗਿਰ ਗਏ ਘਰ 'ਚ, ਤਾਂ ਉਹਨਾਂ ਦਾ ਫ੍ਰੈਕਚਰ ਹੋ ਗਿਆ ਨੀ ਦੇ ਆਲੇ ਦੁਆਲੇ, ਅਤੇ ਜੁਆਇੰਟ ਸਾਰਾ ਬਾਹਰ ਨਿਕਲ ਗਿਆ। ਅਤੇ ਉਹ ਜਦੋਂ ਡਾਕਟਰ ਕੋਲ ਦੁਬਾਰਾ ਗਏ ਸਰਜਨ ਕੋਲ ਕਿ ਵੀ ਸਾਡਾ ਨੂੰ ਠੀਕ ਕਰ ਦਿਓ, ਉਸ ਸਰਜਨ ਨੇ ਹੱਥ ਖੜੇ ਕਰਤੇ ਕਿ ਹੁਣ ਇਹ ਪੋਸੀਬਲ ਹੀ ਨਹੀਂ ਹੈ। ਫਿਰ ਉਹ ਮੇਰੇ ਕੋਲ ਆਏ, ਫਿਰ ਮੈਂ ਉਹਦਾ ਰੀਸਰਜਰੀ ਕੀਤੀ, ਉਹ ਸਾਰਾ ਜੁਆਇੰਟ ਕੱਢ ਕੇ ਨਵਾਂ ਜੁਆਇੰਟ ਪਾਇਆ, ਐਂਡ ਦੈਟ ਵਾਜ਼ ਅ ਲੌਂਗ ਸਰਜਰੀ, ਇਟ ਟੁਕ ਮੀ 2 hours to do that. Normally ਮੈਨੂੰ ਨੀ ਰਿਪਲੇਸਮੈਂਟ ਕਰਨ ਨੂੰ 15-20 ਮਿੰਟ ਲੱਗਦੇ ਨੇ, ਇਹ ਮੈਨੂੰ 2 ਘੰਟੇ ਲੱਗੇ ਉਸ ਸਰਜਰੀ ਨੂੰ ਕਰਨ 'ਚ। ਇਟ ਵਾਜ਼ ਅ ਵੈਰੀ ਕੰਪਲਿਕੇਟਡ ਸਰਜਰੀ, ਐਂਡ ਇਵੈਂਚੁਅਲੀ ਉਹ ਪੇਸ਼ੈਂਟ ਬੈਕ ਟੂ ਨਾਰਮਲ ਲਾਈਫ 'ਚ ਆ ਗਿਆ। ਸੋ ਕੰਪਲਿਕੇਸ਼ਨ ਜਦੋਂ ਵੀ ਆਉਂਦੀ ਹੈ ਉਹਦਾ ਟ੍ਰੀਟਮੈਂਟ ਹੁੰਦਾ ਹੈ, ਵੀ ਹੈਵ ਅ ਪ੍ਰੋਪਰ ਟ੍ਰੀਟਮੈਂਟ ਫॉर दैट, ਐਂਡ ਕੰਪਲੀਟ ਸਰਜਨ ਉਹੀ ਹੁੰਦਾ ਹੈ ਜਿਹੜੇ ਆਪਣੀ ਸਰਜਰੀ ਜਿਹੜਾ ਕਰ ਰਿਹਾ ਉਹਦੇ ਕੰਪਲਿਕੇਸ਼ਨਸ ਨੂੰ ਵੀ ਟ੍ਰੀਟ ਕਰ ਸਕੇ, ਐਂਡ ਉਹਨੂੰ ਪ੍ਰੀਵੈਂਟ ਵੀ ਕਰ ਸਕੇ। ਯੂ ਸ਼ੁੱਡ ਬੀ ਪ੍ਰੀਵੈਂਟਿਵ। ਤੁਸੀਂ ਜਦੋਂ ਆਪਰੇਟ ਕਰਦੇ ਹੋ ਕਿ ਕੰਪਲਿਕੇਸ਼ਨਸ ਨਾ ਆਉਣ, ਯੂ ਸ਼ੁੱਡ ਟੇਕ ਕੇਅਰ ਕਿ ਕੰਪਲਿਕੇਸ਼ਨਸ ਨਾ ਆਉਣ। ਜੇ ਆਉਂਦੇ ਕੰਪਲਿਕੇਸ਼ਨ ਤਾਂ ਤੁਹਾਨੂੰ ਇੰਨਾ ਟ੍ਰੇਨ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਟ੍ਰੀਟ ਕਰ ਸਕੋ। ਸੋ ਆਈ ਐਮ ਡੂਇੰਗ, ਇਹਨੂੰ ਅਸੀਂ ਕਹਿੰਦੇ ਰਿਵੀਜ਼ਨ
ਨੀ ਰਿਪਲੇਸਮੈਂਟ ਸਰਜਰੀ, ਇਹੋ ਜਿਹੇ ਮੈਂ ਕੇਸਿਸ ਬਹੁਤ ਕਰਦਾ ਮੈਂ। ਓਕੇ ਸਰ, ਤੁਸੀਂ ਪ੍ਰੀਵੈਂਸ਼ਨ ਦੀ ਗੱਲ ਕੀਤੀ ਹੈ, ਕਹਿੰਦੇ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਡੈਫੀਨਿਟਲੀ। ਸਿਹਤ ਸਲਾਹ ਕੀ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿ ਇਹੋ ਜਿਹੀ ਸਮੱਸਿਆ ਪੇਸ਼ ਹੀ ਨਾ ਆਏ? ਸੋ ਮੇਰਾ ਟੇਕ ਹੋਮ ਮੈਸੇਜ ਮੇਰੀ ਆਡੀਅנס ਲਈ ਇਹੀ ਹੋਏਗਾ ਕਿ ਆਪਾਂ ਇਸ ਪ੍ਰੋਬਲਮ ਤੋਂ ਕਿਵੇਂ ਬਚੀਏ, ਕਿਵੇਂ ਇਹ ਤੋਂ ਬਚ ਸਕਦੇ ਹਾਂ, ਜੁਆਇੰਟ ਰਿਪਲੇਸਮੈਂਟ ਤੋਂ, ਸਰਜਰੀ ਤੋਂ, ਨੀ ਰਿਪਲੇਸਮੈਂਟ ਜਾਂ ਹਿਪ ਰਿਪਲੇਸਮੈਂਟ ਹੋ ਗਿਆ ਜਾਂ ਹੋਰ ਵੀ ਕੋਈ ਜੁਆਇੰਟ ਦੀ ਪ੍ਰੋਬਲਮ ਹੈ, ਇਸ ਤੋਂ ਬਚਿਆ ਕਿੱਦਾਂ ਜਾ ਸਕਦਾ ਹੈ। ਸੋ ਸਭ ਤੋਂ ਪਹਿਲੀ ਚੀਜ਼ ਹੈ ਕਿ ਆਪਣਾ weight ਤੁਸੀਂ ਕੰਟਰੋਲ ਰੱਖੋ। ਫੂਡ ਆਪਣਾ ਹੈ ਜਿਹੜਾ ਡਾਈਟ, ਉਹਨੂੰ ਇੱਕ ਹੈਲਦੀ ਡਾਈਟ ਲਾਓ, ਹੈਲਦੀ ਲਾਈਫਸਟਾਈਲ ਫੋਲੋ ਕਰੋ, ਜੰਕ ਫੂਡ ਨੂੰ ਅਵੋਇਡ ਕਰੋ, weight ਨੂੰ ਕੰਟਰੋਲ ਰੱਖੋ। ਸੈਕੰਡਲੀ ਰੂਟੀਨ ਐਕਸਰਸਾਈਜ਼ ਜਾਂ ਵਰਕਆਊਟ ਕੁਛ ਨਾ ਕੁਛ ਜ਼ਰੂਰ ਕਰੋ ਸੋ ਦੈਟ ਤੁਹਾਡੇ ਜੁਆਇੰਟਸ ਐਂਡ ਬੋਨਸ ਹੈਲਦੀ, ਮਸਲਸ ਹੈਲਦੀ ਰਹਿਣ, ਤੁਹਾਡਾ weight ਨਾ ਵਧੇ। ਥਰਡ ਇੰਪੋਰਟੈਂਟ ਫੈਕਟਰ, ਜਦੋਂ ਵੀ ਤੁਹਾਨੂੰ ਪ੍ਰੋਬਲਮ ਇਹ ਇਨੀਸ਼ੀਏਟ ਹੁੰਦੀ ਹੈ, ਜੁਆਇੰਟ ਪੇਨ ਜਾਂ ਕੋਈ ਵੀ ਲਿਗਾਮੈਂਟ ਜਾਂ ਮਸਲ ਇੰਜਰੀ ਹੁੰਦੀ ਹੈ, ਕੋਈ ਵੀ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ, ਯੂ ਸ਼ੁੱਡ ਇਮੀਡੀਏਟਲੀ ਕੰਸਲਟ ਦ ਸਪੈਸ਼ਲਿਸਟ ਡਾਕਟਰ, ਉਹਨਾਂ ਤੋਂ ਪ੍ਰੋਪਰ ਟ੍ਰੀਟਮੈਂਟ ਲਓ ਸੋ ਦੈਟ ਇਹ ਪ੍ਰੋਬਲਮ ਉਸੇ ਵੇਲੇ ਉਹਨੂੰ ਰੋਕ ਕੇ ਉੱਥੇ ਉਹਨੂੰ ਕਿਉਰ ਕਰਤਾ ਜਾਏ, ਉਹ ਇਸ ਸਟੇਜ ਤੱਕ ਆਵੇ ਨਾ ਕਿ ਤੁਹਾਨੂੰ ਜੁਆਇੰਟ ਰਿਪਲੇਸਮੈਂਟ ਦੀ ਨੌਬਤ ਆਵੇ। ਐਂਡ ਆਈ ਵੁੱਡ ਲਾਈਕ ਟੂ ਸੁਜੈਸਟ ਸਾਡੇ ਫੀਮੇਲ ਆਡੀਅנס ਲਈ ਕਿ ਜਿਹੜੀ ਫੁੱਟਵੇਅਰ ਯੂਜ਼ ਕਰਦੇ ਨੇ ਹਾਈ ਹੀਲਸ, ਉਹ ਇਟ ਇਜ਼ ਵੈਰੀ ਬੈਡ ਫॉर देयर ਬੈਕ ਐਂਡ ਫॉर देयर ਜੁਆਇੰਟਸ। ਵਨਸ ਇਨ ਅ ਵਾਈਲ ਤੁਸੀਂ ਅਗਰ ਪਾਉਣਾ ਹੈਗਾ ਇਟਸ ਫਾਈਨ, ਬਟ ਉਹਨੂੰ ਆਪਣੀ ਲਾਈਫ ਦਾ ਹਿੱਸਾ ਨਾ ਬਣਾਓ, ਡੇਲੀ ਬੇਸਿਸ ਤੇ ਨਾ ਪਾਓ। ਯੂ ਸ਼ੁਡ ਆਲਵੇਜ਼ ਯੂਜ਼ ਸਪੈਂਡ ਮੋਰ ਔਨ ਯਰ ਫੁੱਟਵੇਅਰ, ਆਪਣੇ ਫੁੱਟਵੇਅਰ ਸੌਫਟ ਹੋਣ ਵਿਦ ਅ ਗੁੱਡ ਕੁਸ਼ਨਿੰਗ ਸੋ ਦੈਟ ਤੁਹਾਡੇ ਪੈਰਾਂ ਵਿੱਚ ਉਹ ਸੌਫਟਨੈਸ ਤੁਹਾਨੂੰ ਫੀਲ ਹੋਏ, ਤੁਹਾਡੇ ਜੁਆਇੰਟਸ ਤੱਕ ਉਹ ਸਟ੍ਰੈਸ ਜਾਏ ਨਾ। ਜਿੱਦਾਂ ਅਸੀਂ ਗੱਡੀਆਂ ਯੂਜ਼ ਕਰਦੇ ਹਾਂ, ਕਾਰ ਵਿਦ ਗੁੱਡ ਸਸਪੈਂਸ਼ਨ, ਤੁਹਾਨੂੰ ਝਟਕਾ ਨਹੀਂ ਲੱਗਦਾ ਜਿੰਨੇ ਮਰਜ਼ੀ ਖੱਡੇ ਆਣ, ਉੱਦਾਂ ਹੀ ਤੁਹਾਡੇ ਸ਼ੂਜ਼ ਇਹੋ ਜਿਹੇ ਹੋਣੇ ਚਾਹੀਦੇ ਨੇ ਕਿ ਤੁਹਾਡੇ ਉਸ ਨੂੰ ਅਬਜ਼ੌਰਬ ਕਰ ਲੈਣ ਸਟ੍ਰੈਸ ਨੂੰ, ਉਹ ਜੁਆਇੰਟ ਤੱਕ ਸਟ੍ਰੈਸ ਜਾ ਨਾ ਸਕੇ। ਤੇ ਪੈਰਾਂ ਭਾਰ ਬੈਠਣਾ, ਚੌਂਕੜੀ ਮਾਰ ਕੇ ਬੈਠਣਾ ਸ਼ੁੱਡ ਬੀ ਸਟ੍ਰਿਕਟਲੀ ਅਵੋਇਡਡ ਜੇ ਤੁਹਾਡੇ ਜੁਆਇੰਟ ਵਿੱਚ ਪ੍ਰੋਬਲਮ ਸ਼ੁਰੂ ਹੋ ਗਈ ਹੈ। ਸੋ ਸਰ, ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਥੈਂਕ ਯੂ ਮੈਮ, ਥੈਂਕ ਯੂ। ਸੋ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਅੱਜ ਦਾ ਐਪੀਸੋਡ ਖੂਬ ਪਸੰਦ ਆਇਆ ਹੋਵੇਗਾ। ਗੱਲਬਾਤ ਕੀਤੀ ਅਸੀਂ ਡਾਕਟਰ ਰਣਜੀਤ ਸਿੰਘ ਦੇ ਨਾਲ, ਜੋ ਕਿ ਨੀ ਔਰ ਹਿਪ ਰਿਪਲੇਸਮੈਂਟ ਵਿੱਚ ਮਾਹਰ ਨੇ। ਸੋ ਉਹਨਾਂ ਨੇ ਇਹੀ ਸਲਾਹ ਦਿੱਤੀ ਹੈ ਕਿ ਸਭ ਤੋਂ ਪਹਿਲਾਂ ਜ਼ਰੂਰਤ ਹੈ ਸਾਨੂੰ ਆਪਣੇ weight ਨੂੰ ਕੰਟਰੋਲ ਕਰਨ ਦੇ ਲਈ, ਤਾਂ ਕਿ ਇਹ ਸਮੱਸਿਆ ਜਿਹੜੀ ਹੈ ਉਹ ਪੇਸ਼ ਹੀ ਨਾ ਆਏ। ਸੋ ਜ਼ਰੂਰਤ ਹੈ ਇੱਕ ਹੈਲਦੀ ਲਾਈਫਸਟਾਈਲ ਅਪਣਾਓ, ਆਪਣੀ ਡਾਈਟ ਵੱਲ ਧਿਆਨ ਦਿਓ। ਅਗਲੀ ਵਾਰ ਫਿਰ ਤੋਂ ਮਿਲਾਂਗੇ ਕੁਝ ਹੋਰ ਡਾਕਟਰ ਦੇ ਨਾਲ, ਕੁਝ ਹੋਰ ਸਿਹਤ ਸਲਾਹ ਦੇ ਨਾਲ। ਫਿਲਹਾਲ ਦਿਓ ਇਜਾਜ਼ਤ ਤੇ ਦੇਖਦੇ ਰਹੋ ਦ ਸਮਰ ਨਿਊਜ਼।